ਪੀਟੀ ਪੰਜਾਬੀ ਚੈਨਲ ਤੇ ਤੁਹਾਡਾ ਸਭ ਦਾ ਵੈਲਕਮ। ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਪੀਕਿੰਗ ਟਾਸਕ ਦੇ ਬਾਰੇ। ਅਕਸਰ ਦੇਖਿਆ ਬਹੁਤ ਸਾਰੇ ਸਟੂਡੈਂਟਸ ਨੂੰ ਸਪੀਕਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਮਨ ਦੇ ਵਿੱਚ ਬਹੁਤ ਸਾਰੇ ਡਾਊਟਸ ਨੇ। ਸੋ ਅੱਜ ਕੋਸ਼ਿਸ਼ ਕਰੂੰਗਾ ਤੁਹਾਡੇ ਸਭ ਦੇ ਡਾਊਟ ਕਲੀਅਰ ਹੋ ਜਾਣ। ਸਪੀਕਿੰਗ ਜਿਹੜਾ ਕਿ ਬਹੁਤ ਇੰਪੋਰਟੈਂਟ ਟਾਸਕ ਹੈ, ਕਿਉਂਕਿ ਇਹਦੇ ਵਿੱਚੋਂ ਬਹੁਤ ਸਾਰੇ ਮਾਰਕਸ ਦੂਜੇ ਸੈਕਸ਼ਨਸ ਦੇ ਵਿੱਚ ਵੀ ਐਡ ਹੁੰਦੇ ਆ। ਸੋ ਅਗਰ ਤੁਸੀਂ ਸਪੀਕਿੰਗ ਵਧੀਆ ਪਰਫਾਰਮ ਕਰ ਦਿੰਦੇ ਹੋ ਤਾਂ ਅਲਟੀਮੇਟਲੀ ਤੁਹਾਡੇ ਬਾਕੀ ਸੈਕਸ਼ਨਸ ਦੇ ਵਿੱਚ ਵੀ ਵਧੀਆ ਬੈਂਡ ਆ ਜਾਂਦੇ ਨੇ। ਸੋ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਹਾਂ। ਤੁਸੀਂ ਐਂਡ ਤੱਕ ਜ਼ਰੂਰ ਦੇਖਿਓ। ਸੋ ਕੋਈ ਵੀ ਸਟੂਡੈਂਟ ਜੋ ਪੀਟੀ ਲਈ ਪ੍ਰਪੇਅਰ ਕਰ ਰਿਹਾ ਜਾਂ ਜਿਸ ਨੇ ਟੈਸਟ ਦੇਣ ਜਾਣਾ, ਉਹਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਆਇਲਸ ਦੇ ਵਾਂਗੂ ਪੀਟੀ ਦੇ ਵਿੱਚ ਵੀ 4 ਮੋਡਿਊਲ ਨੇ। ਬਟ ਜਦੋਂ ਅਸੀਂ ਟੈਸਟ ਦੇਣ ਜਾਂਦੇ ਹਾਂ ਤਾਂ ਚਾਰੋਂ ਮੋਡਿਊਲਸ ਨੂੰ 3 ਪਾਰਟਸ ਦੇ ਵਿੱਚ ਵੰਡਿਆ ਹੁੰਦਾ। ਪਾਰਟ ਫਸਟ ਜਿਹਦੇ ਵਿੱਚ ਸਪੀਕਿੰਗ ਤੇ ਰਾਈਟਿੰਗ ਇਕੱਠੀ ਆਉਂਦੀ ਆ, ਜਿਹਨੂੰ ਅਟੈਂਪਟ ਕਰਨ ਦੇ ਵਿੱਚ 77 ਤੋਂ 93 ਮਿੰਟ ਦਾ ਸਮਾਂ ਲੱਗ ਜਾਂਦਾ। ਜੇ ਇਕੱਲੀ ਸਪੀਕਿੰਗ ਦੀ ਗੱਲ ਕਰੀਏ ਤਾਂ ਉਹ ਅਪਰੋਕਸੀਮੇਟ ਅੱਧੇ ਕੁ ਘੰਟੇ ਦੇ ਵਿੱਚ ਤੁਸੀਂ ਆਪਣੀ ਸਪੀਕਿੰਗ ਅਟੈਂਪਟ ਕਰ ਸਕਦੇ ਹੋ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸ ਦੇਵਾਂ ਕਿ ਪੀਟੀ ਦੇ ਨਾਲ ਤੁਸੀਂ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ ਲਗਾ ਸਕਦੇ ਹੋ। ਜੇ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਕਿਹੜੇ ਕੰਟਰੀ ਦੇ ਕਿਹੜੇ ਕਾਲਜ ਯੂਨੀਵਰਸਿਟੀ ਦੇ ਵਿੱਚ ਪੀਟੀ ਅਸੈਪਟਡ ਹੈ, ਤਾਂ ਤੁਸੀਂ ਉੱਪਰ ਦਿੱਤੇ ਹੋਏ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਜਾਂ ਤੁਹਾਨੂੰ ਪੀਟੀ ਬੈਂਡ ਰਿਕੁਆਇਰਮੈਂਟ ਜਾਂ ਮਟੀਰੀਅਲ ਦੀ ਕੋਈ ਹੈਲਪ ਚਾਹੀਦੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ptpunjabi@gmail.com 'ਤੇ। ਸੋ ਸਪੀਕਿੰਗ ਦੇ ਵਿੱਚ ਟੋਟਲ 6 ਟਾਸਕ ਹੁੰਦੇ ਆ, ਜਿਹੜੇ ਕਿ ਇਸੇ ਤਰਤੀਬ ਦੇ ਵਿੱਚ ਆਉਂਦੇ ਨੇ ਐਗਜ਼ਾਮ ਦੇ ਵਿੱਚ। ਸਭ ਤੋਂ ਪਹਿਲਾਂ ਸਾਡੇ ਕੋਲੇ ਪਰਸਨਲ ਇੰਟਰੋਡਕਸ਼ਨ ਰਾਊਂਡ ਹੁੰਦਾ ਹੈ। ਇਸ ਤੋਂ ਬਾਅਦ ਰੀਡ ਅਲਾਊਡ ਹੈ, ਦੈਨ ਰਿਪੀਟ ਸੈਂਟੈਂਸ, ਡਿਸਕ੍ਰਾਈਬ ਇਮੇਜ, ਰੀਟੇਲ ਲੈਕਚਰ ਤੇ ਲਾਸਟ ਦੇ ਵਿੱਚ ਆਨਸਰ ਸ਼ਾਰਟ ਕੁਐਸਚਨ। ਸੋ ਇੱਥੋਂ ਤੱਕ ਤੁਹਾਡਾ ਸਪੀਕਿੰਗ ਦਾ ਪਾਰਟ ਕੰਪਲੀਟ ਹੋ ਜਾਂਦਾ ਹੈ। ਲਾਸਟ ਵਾਲੇ 2 ਪਾਰਟ ਰਾਈਟਿੰਗ ਦੇ ਨਾਲ ਰਿਲੇਟਡ ਨੇ। ਸੋ ਅਸੀਂ ਸਪੀਕਿੰਗ ਦੇ ਸਾਰੇ ਟਾਸਕ ਐਕਸਪਲੇਨ ਕਰਾਂਗੇ ਤੇ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਕੋਲੇ ਇਕੱਲਾ ਟਾਸਕ ਐਗਜ਼ਾਮ ਦੇ ਵਿੱਚ ਆਉਂਦਾ ਤੇ ਤੁਸੀਂ ਉਹਨੂੰ ਕਿਸ ਤਰ੍ਹਾਂ ਅਟੈਂਪਟ ਕਰਨਾ। ਸਪੀਕਿੰਗ ਮੋਡਿਊਲ ਦਾ ਸਭ ਤੋਂ ਪਹਿਲਾ ਟਾਸਕ, ਜਿਹਨੂੰ ਪਰਸਨਲ ਇੰਟਰੋਡਕਸ਼ਨ ਕਹਿੰਦੇ ਹਾਂ, ਹਰ ਇੱਕ ਸਟੂਡੈਂਟ ਨੂੰ 30 ਸੈਕਿੰਡ ਦਾ ਟਾਈਮ ਮਿਲਦਾ ਆਪਣੀ ਇੰਟਰੋਡਕਸ਼ਨ ਰਿਕਾਰਡ ਕਰਨ ਦੇ ਲਈ ਤੇ 25 ਸੈਕਿੰਡ ਦਾ ਟਾਈਮ ਮਿਲਦਾ ਉਹਨੂੰ ਪ੍ਰਪੇਅਰ ਕਰਨ ਦੇ ਲਈ। ਸਕਰੀਨ ਦੇ ਉੱਪਰ ਕੁਝ ਕੁਐਸਚਨ ਵੀ ਸੁਜੈਸਟ ਕੀਤੇ ਹੁੰਦੇ ਆ, ਜਿਨ੍ਹਾਂ ਦੇ ਆਨਸਰ ਜੇ ਅਸੀਂ ਮੌਕੇ 'ਤੇ ਪ੍ਰਪੇਅਰ ਕਰ ਰਹੇ ਹਾਂ ਤਾਂ ਅਸੀਂ ਉਹਨਾਂ ਨੂੰ ਦੇਖ ਕੇ ਉਹਦੇ ਆਨਸਰ ਦੇ ਸਕਦੇ ਹਾਂ, ਜਾਂ ਫਿਰ ਜੋ ਅਸੀਂ ਘਰ ਤੋਂ 4 ਜਾਂ 5 ਲਾਈਨਾਂ ਪ੍ਰਪੇਅਰ ਕਰਕੇ ਗਏ ਹਾਂ ਅਸੀਂ ਉਹ ਵੀ ਬੋਲ ਸਕਦੇ ਹਾਂ। ਟਾਸਕ ਦੇ ਕੋਈ ਵੀ ਸਕੋਰ ਨਹੀਂ ਹੁੰਦੇ, ਕਿਉਂਕਿ ਕਈ ਵਾਰ ਸਟੂਡੈਂਟ ਨਰਵਸ ਹੋ ਜਾਂਦੇ ਆ। ਫਸਟ ਟਾਸਕ ਹੁੰਦਾ ਸਪੀਕਿੰਗ ਦਾ, ਸੋ ਸਟੂਡੈਂਟ ਕੰਫਰਟੇਬਲ ਹੋ ਜਾਵੇ ਇਸ ਕਰਕੇ ਇਹ ਟਾਸਕ ਪ੍ਰੋਵਾਈਡ ਕੀਤਾ ਜਾਂਦਾ। ਇਹਦੇ ਕੋਈ ਵੀ ਮਾਰਕਸ ਨਹੀਂ ਹੁੰਦੇ। ਸੋ ਸਪੀਕਿੰਗ ਦਾ ਸੈਕਿੰਡ ਟਾਸਕ, ਜਿਹਨੂੰ ਰੀਡ ਅਲਾਊਡ ਵੀ ਕਿਹਾ ਜਾਂਦਾ, ਰੀਡ ਅਲਾਊਡ ਦੇ ਵਿੱਚ ਸਕਰੀਨ ਦੇ ਉੱਪਰ ਇੱਕ ਪੈਰਾਗ੍ਰਾਫ ਸ਼ੋ ਹੁੰਦਾ, ਜਿਹੜਾ 2 ਤੋਂ 4 ਲਾਈਨ ਦਾ ਹੋ ਸਕਦਾ। ਸਭ ਤੋਂ ਪਹਿਲਾਂ ਸਾਨੂੰ 30 ਤੋਂ 40 ਸੈਕਿੰਡ ਦਾ ਟਾਈਮ ਮਿਲਦਾ ਪ੍ਰਪੇਅਰ ਕਰਨ ਦੇ ਲਈ। ਸੋ ਅਸੀਂ ਗਿਵਨ ਪੈਰਾਗ੍ਰਾਫ ਨੂੰ ਬੋਲ ਕੇ ਦੇਖ ਸਕਦੇ ਹਾਂ, ਜੇ ਕੋਈ ਵਰਡ ਔਖਾ ਅਸੀਂ ਉਹਨੂੰ ਪ੍ਰੋਨਾਊਂਸ ਕਰਕੇ ਦੇਖ ਸਕਦੇ ਹਾਂ। ਦੈਨ ਸਾਨੂੰ ਰਿਕਾਰਡਿੰਗ ਟਾਈਮਰ ਮਿਲਦਾ, ਜਿਹੜਾ 40 ਸੈਕਿੰਡ ਦਾ ਹੁੰਦਾ। ਸੋ ਬੇਸਿਕਲੀ ਪ੍ਰੈਪਰੇਸ਼ਨ ਤੋਂ ਬਾਅਦ ਸਾਨੂੰ 40 ਸੈਕਿੰਡ ਮਿਲਦੇ ਆ ਇਹਨੂੰ ਰੀਡ ਕਰਨ ਦੇ ਲਈ, ਜਦੋਂ ਸਾਡਾ ਆਨਸਰ ਨਾਲ ਦੀ ਨਾਲ ਰਿਕਾਰਡ ਵੀ ਹੋ ਜਾਂਦਾ। ਸੋ 4 ਤੋਂ 5 ਰੀਡ ਅਲਾਊਡ ਤੁਹਾਨੂੰ ਸਪੀਕਿੰਗ ਟਾਸਕ ਦੇ ਵਿੱਚ ਆ ਜਾਂਦੇ ਆ। ਬਹੁਤ ਇੰਪੋਰਟੈਂਟ ਆ, ਬਹੁਤ ਸਾਰੇ ਸਕੋਰ ਤੁਸੀਂ ਇਹਦੇ ਨਾਲ ਆਪਣੀ ਸਪੀਕਿੰਗ ਦੇ ਵਿੱਚ ਐਡ ਕਰ ਸਕਦੇ ਹੋ। ਸਪੀਕਿੰਗ ਦੇ ਵਿੱਚ ਸੈਕਿੰਡ ਟਾਸਕ, ਜਿਹਨੂੰ ਰਿਪੀਟ ਸੈਂਟੈਂਸ ਵੀ ਕਹਿੰਦੇ ਆ। ਰਿਪੀਟ ਸੈਂਟੈਂਸ ਬਹੁਤ ਈਜ਼ੀ ਟਾਸਕ ਹੈ। ਐਗਜ਼ਾਮ ਦੇ ਵਿੱਚ ਤੁਹਾਨੂੰ 10 ਤੋਂ 12 ਰਿਪੀਟ ਸੈਂਟੈਂਸ ਆ ਜਾਂਦੇ ਆ। ਰਿਪੀਟ ਸੈਂਟੈਂਸ ਦੇ ਵਿੱਚ ਤੁਹਾਨੂੰ ਇੱਕ ਆਡੀਓ ਸੁਣਾਈ ਦਿੰਦੀ ਹੈ ਸ਼ਾਰਟ ਸੈਂਟੈਂਸ ਦੀ ਫਾਰਮ ਦੇ ਵਿੱਚ। ਆਡੀਓ ਨੂੰ ਸੁਣਨ ਤੋਂ ਬਾਅਦ ਤੁਸੀਂ ਉਹਨੂੰ ਰਿਪੀਟ ਕਰਨਾ ਹੁੰਦਾ, ਜਾਣੀ ਕਿ ਬੋਲਣਾ ਹੁੰਦਾ। ਤੁਹਾਡਾ ਆਨਸਰ ਨਾਲ ਦੀ ਨਾਲ ਰਿਕਾਰਡ ਹੋ ਜਾਂਦਾ। ਸੋ ਇਹਦੇ ਵਿੱਚ ਤੁਸੀਂ ਆਡੀਓ ਨੂੰ ਦੁਬਾਰਾ ਪਲੇ ਕਰਕੇ ਨਹੀਂ ਦੇਖ ਸਕਦੇ। ਤੁਹਾਨੂੰ ਇੱਕ ਵਾਰ ਜਦੋਂ ਸੁਣਾਈ ਦਿੱਤਾ ਤੁਸੀਂ ਨਾਲ ਦੀ ਨਾਲ ਆਪਣਾ ਰਿਸਪੌਂਸ ਰਿਕਾਰਡ ਕਰ ਦੇਣਾ ਹੁੰਦਾ। ਸੋ ਸਪੀਕਿੰਗ ਦੇ ਵਿੱਚ ਅਗਲਾ ਟਾਸਕ, ਜਿਹਨੂੰ ਡਿਸਕ੍ਰਾਈਬ ਇਮੇਜ ਕਿਹਾ ਜਾਂਦਾ। ਡਿਸਕ੍ਰਾਈਬ ਇਮੇਜ ਦੇ ਵਿੱਚ ਸਕਰੀਨ ਦੇ ਉੱਪਰ ਕੋਈ ਗ੍ਰਾਫ ਜਾਂ ਫੋਟੋ ਦਿਖਾਈ ਦਿੰਦੀ ਹੈ, ਜਿਹਨੂੰ ਅਬਜ਼ਰਵ ਕਰਨ ਤੋਂ ਬਾਅਦ ਅਸੀਂ ਆਪਣਾ ਉਹਦੇ ਬਾਰੇ ਆਨਸਰ ਰਿਕਾਰਡ ਕਰਨਾ ਹੁੰਦਾ। ਤਾਂ ਸਭ ਤੋਂ ਪਹਿਲਾਂ ਸਾਨੂੰ 25 ਤੋਂ 30 ਸੈਕਿੰਡ ਦਾ ਟਾਈਮ ਮਿਲਦਾ ਇਸ ਇਮੇਜ ਦੇ ਬਾਰੇ ਪ੍ਰੈਪਰੇਸ਼ਨ ਦੇ ਲਈ। ਅਸੀਂ ਕੋਈ ਨੋਟਸ ਬਣਾਉਣਾ ਚਾਹੁੰਦੇ ਹਾਂ, ਕੋਈ ਕੀ ਪੁਆਇੰਟਸ ਲਿਖਣਾ ਚਾਹੁੰਦੇ ਹਾਂ, ਅਸੀਂ ਲਿਖ ਸਕਦੇ ਹਾਂ। ਇਸ ਤੋਂ ਬਾਅਦ ਸਾਨੂੰ 40 ਸੈਕਿੰਡ ਦਾ ਟਾਈਮ ਮਿਲਦਾ ਆਪਣਾ ਆਨਸਰ ਰਿਕਾਰਡ ਕਰਨ ਦੇ ਲਈ। ਐਗਜ਼ਾਮ ਦੇ ਵਿੱਚ ਜੇ ਗੱਲ ਕਰੀਏ ਤਾਂ 4 ਤੋਂ 5 ਡਿਸਕ੍ਰਾਈਬ ਇਮੇਜ ਟਾਸਕ ਆ ਜਾਂਦੇ ਆ। ਸਪੀਕਿੰਗ ਸੈਕਸ਼ਨ ਦਾ ਅਗਲਾ ਟਾਸਕ, ਜਿਹਨੂੰ ਰੀਟੇਲ ਲੈਕਚਰ ਵੀ ਕਿਹਾ ਜਾਂਦਾ।
ਰੀਟੇਲ ਲੈਕਚਰ ਦੇ ਵਿੱਚ ਸਾਨੂੰ ਇੱਕ ਆਡੀਓ ਸੁਣਾਈ ਦਿੰਦੀ ਹੈ ਜਿਹੜੀ 1 ਤੋਂ 2 ਮਿੰਟ ਦੇ ਵਿੱਚ ਹੋ ਸਕਦੀ ਹੈ। ਇਹ ਕੋਈ ਸਟੋਰੀ ਵੀ ਹੋ ਸਕਦੀ ਹੈ ਜਾਂ ਕੋਈ ਲੈਕਚਰ ਵੀ ਹੋ ਸਕਦਾ। ਸੋ ਕੋਈ ਵੀ ਆਡੀਓ ਰਿਕਾਰਡਿੰਗ ਤੁਹਾਨੂੰ ਸੁਣਾਈ ਦੇਊਗੀ ਜਿਹਦੇ ਬਾਰੇ ਤੁਸੀਂ 40 ਸਕਿੰਟ ਆਪਣਾ ਆਨਸਰ ਆਪਣੇ ਸ਼ਬਦਾਂ ਦੇ ਵਿੱਚ ਬੋਲ ਕੇ ਦੱਸਣਾ ਹੁੰਦਾ। ਤੁਹਾਨੂੰ ਪ੍ਰੈਪਰੇਸ਼ਨ ਦੇ ਲਈ 10 ਸਕਿੰਟ ਦਾ ਟਾਈਮ ਵੀ ਮਿਲ ਜਾਂਦਾ। ਜਦੋਂ ਤੁਸੀਂ ਰਿਕਾਰਡਿੰਗ ਸੁਣ ਰਹੇ ਹੁੰਦੇ ਹੋ ਤਾਂ ਤੁਸੀਂ ਨਾਲ ਦੀ ਨਾਲ ਆਪਣੇ ਨੋਟਸ ਬਣਾ ਸਕਦੇ ਹੋ, ਜਿਹਦੀ ਹੈਲਪ ਦੇ ਨਾਲ ਤੁਸੀਂ ਆਪਣਾ ਆਨਸਰ ਰਿਕਾਰਡ ਕਰ ਸਕਦੇ ਹੋ। ਐਗਜ਼ਾਮ ਦੇ ਵਿੱਚ ਤੁਹਾਨੂੰ 2 ਤੋਂ 3 ਰੀਟੇਲ ਲੈਕਚਰ ਆ ਜਾਂਦੇ ਆ। ਸਪੀਕਿੰਗ ਦਾ ਸਭ ਤੋਂ ਅਖੀਰਲਾ ਟਾਸਕ, ਜਿਹਨੂੰ ਆਨਸਰ ਸ਼ਾਰਟ ਕੁਐਸਚਨ ਵੀ ਕਿਹਾ ਜਾਂਦਾ, ਆਡੀਓ ਤੁਹਾਨੂੰ ਸੁਣਾਈ ਦੇਊਗੀ ਜਿਹਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਜਾਊਗਾ। ਕੁਐਸਚਨ ਦਾ ਆਨਸਰ ਅਸੀਂ 1 ਤੋਂ 2 ਵਰਡਸ ਦੇ ਵਿੱਚ ਦੇਣਾ ਹੁੰਦਾ। ਕੁਐਸਚਨ ਨੂੰ ਅਸੀਂ ਰਿਪੀਟ ਨਹੀਂ ਕਰ ਸਕਦੇ। ਸੋ ਜਦੋਂ ਤੁਹਾਨੂੰ ਕੋਈ ਵੀ ਆਡੀਓ ਸੁਣਾਈ ਦਿੰਦੀ ਹੈ ਤੁਸੀਂ ਨਾਲ ਦੀ ਨਾਲ ਆਪਣਾ ਆਨਸਰ ਰਿਕਾਰਡ ਕਰ ਦੇਣਾ। ਐਗਜ਼ਾਮ ਦੇ ਵਿੱਚ ਸਾਨੂੰ 10 ਤੋਂ 12 ਆਨਸਰ ਸ਼ਾਰਟ ਕੁਐਸਚਨ ਆ ਜਾਂਦੇ ਆ। ਸੋ ਗੱਲ ਕਰਦੇ ਹਾਂ ਜੀ ਮਾਰਕਸ ਦੀ ਡਿਸਟ੍ਰੀਬਿਊਸ਼ਨ ਬਾਰੇ, ਕਿਉਂਕਿ ਪੀਟੀ ਦੇ ਵਿੱਚ ਜਦੋਂ ਤੁਸੀਂ ਕੋਈ ਇੱਕ ਸੈਕਸ਼ਨ ਅਟੈਂਪਟ ਕਰਦੇ ਹੋ ਤਾਂ ਬਾਕੀ ਮੋਡਿਊਲਸ ਦੇ ਵਿੱਚ ਵੀ ਉਹਦੇ ਮਾਰਕਸ ਐਡ ਹੁੰਦੇ ਆ। ਸੋ ਜੇ ਤੁਸੀਂ ਸਪੀਕਿੰਗ ਅਟੈਂਪਟ ਕਰਦੇ ਹੋ ਤਾਂ ਮਾਰਕਸ ਰੀਡਿੰਗ ਅਤੇ ਲਿਸਨਿੰਗ ਦੇ ਵਿੱਚ ਵੀ ਐਡ ਹੋਣਗੇ। ਸੋ ਇਹਦਾ ਫਾਇਦਾ ਸਾਨੂੰ ਇਹ ਹੋ ਜਾਂਦਾ, ਜੇ ਤੁਹਾਡੇ ਕਿਸੇ ਟਾਸਕ ਦੇ ਵਿੱਚ ਪਰਫੋਰਮੈਂਸ ਵਧੀਆ ਨਹੀਂ ਹੋਈ, ਮੰਨ ਲਓ ਤੁਹਾਡੀ ਲਿਸਨਿੰਗ ਵਧੀਆ ਨਹੀਂ ਹੋਈ, ਤਾਂ ਤੁਸੀਂ ਸਪੀਕਿੰਗ ਇੰਨੀ ਵਧੀਆ ਅਟੈਂਪਟ ਕਰੋ ਤਾਂ ਕਿ ਤੁਹਾਡੇ ਓਵਰਆਲ ਜਿਹੜੇ ਮਾਰਕਸ ਲਿਸਨਿੰਗ ਦੇ ਵਿੱਚ ਘਟਣਗੇ, ਤੁਹਾਨੂੰ ਲੱਗਦਾ ਕਿ ਘੱਟ ਹੋ ਜਾਣਗੇ, ਸੋ ਇੱਧਰੋਂ ਪੂਰੇ ਕਰ ਸਕਦੇ ਹੋ। ਸੋ ਗੱਲ ਕਰਦੇ ਹਾਂ ਜੀ ਫਸਟ ਟਾਸਕ ਜਿਹੜਾ ਕਿ ਰੀਡ ਅਲਾਊਡ ਦੇ ਵਿੱਚ ਇੱਕ ਸਕਰੀਨ ਦੇ ਉੱਪਰ ਪੈਰਾਗ੍ਰਾਫ ਦਿਖਾਈ ਦੇਊਗਾ, 2 ਤੋਂ 4 ਲਾਈਨ ਦਾ ਹੋ ਸਕਦਾ। ਸੋ ਇਹਨੂੰ ਤੁਸੀਂ 40 ਸਕਿੰਟ ਦੇ ਵਿੱਚ ਬੋਲ ਕੇ ਆਪਣਾ ਆਨਸਰ ਰਿਕਾਰਡ ਕਰਨਾ ਹੁੰਦਾ। ਇਹਦੇ ਮਾਰਕਸ ਤੁਹਾਡੇ ਰੀਡਿੰਗ ਅਤੇ ਸਪੀਕਿੰਗ ਦੇ ਵਿੱਚ ਦੋਨਾਂ ਦੇ ਵਿੱਚ ਐਡ ਹੋ ਜਾਂਦੇ ਨੇ। ਸੈਕਿੰਡ ਟਾਸਕ ਹੈ ਜੀ ਰਿਪੀਟ ਸੈਂਟੈਂਸ ਦੇ ਵਿੱਚ ਤੁਹਾਨੂੰ ਇੱਕ ਸੈਂਟੈਂਸ ਸੁਣਾਈ ਦੇਊਗਾ ਜਿਹੜਾ ਕਿ ਸ਼ਾਰਟ ਸੈਂਟੈਂਸ ਹੁੰਦਾ, 5 ਤੋਂ 11 ਜਾਂ 12 ਵਰਡਸ ਦਾ ਹੋ ਸਕਦਾ। ਇਹਦੇ ਮਾਰਕਸ ਤੁਹਾਡੇ ਲਿਸਨਿੰਗ ਅਤੇ ਸਪੀਕਿੰਗ ਦੇ ਵਿੱਚ ਐਡ ਹੁੰਦੇ ਨੇ। ਥਰਡ ਟਾਸਕ ਹੈ ਜੀ ਡਿਸਕ੍ਰਾਈਬ ਇਮੇਜ ਦੇ ਵਿੱਚ ਸਕਰੀਨ ਦੇ ਉੱਪਰ ਕੋਈ ਇਮੇਜ ਦਿਖਾਈ ਦੇਊਗੀ, ਕੋਈ ਗ੍ਰਾਫ ਹੋ ਸਕਦਾ ਜਾਂ ਕੋਈ ਰੈਂਡਮ ਪਿਕਚਰ ਹੋ ਸਕਦੀ ਆ। ਸੋ ਤੁਸੀਂ ਉਹਦੇ ਬਾਰੇ ਅਬਜ਼ਰਵ ਕਰਨਾ, ਆਪਣੇ ਨੋਟਸ ਪ੍ਰਿਪੇਅਰ ਕਰਨੇ ਨੇ, ਦੈਨ ਉਹਦੇ ਬਾਰੇ ਤੁਸੀਂ 40 ਸਕਿੰਟ ਦੇ ਵਿੱਚ ਆਪਣਾ ਆਨਸਰ ਰਿਕਾਰਡ ਕਰਨਾ। ਸੋ ਇਹਦੇ ਮਾਰਕਸ ਤੁਹਾਡੇ ਸਿਰਫ ਤੇ ਸਿਰਫ ਸਪੀਕਿੰਗ ਦੇ ਵਿੱਚ ਹੀ ਐਡ ਹੋਣਗੇ। ਨੈਕਸਟ ਟਾਸਕ ਹੈ ਜੀ ਮੇਰੇ ਕੋਲ ਰੀਟੇਲ ਲੈਕਚਰ ਦੇ ਵਿੱਚ ਤੁਹਾਨੂੰ 1 ਤੋਂ 1.5 ਮਿੰਟ ਦਾ ਕੋਈ ਲੈਕਚਰ ਸੁਣਾਈ ਦੇਊਗਾ। ਕੋਈ 2 ਪਰਸਨ ਦੇ ਵਿਚਕਾਰ ਕਨਵਰਸੇਸ਼ਨ ਹੋ ਸਕਦੀ ਹੈ ਜਾਂ ਕੋਈ ਵੈਸੇ ਸਟੋਰੀ ਹੋ ਸਕਦੀ ਹੈ, ਕੋਈ ਸਿੰਗਲ ਲੈਕਚਰ ਹੋ ਸਕਦਾ। ਸੋ ਤੁਸੀਂ ਉਹਨੂੰ ਸੁਣਨਾ, ਆਪਣੇ ਨੋਟਸ ਪ੍ਰਿਪੇਅਰ ਕਰਨੇ ਨੇ, ਫਿਰ 40 ਸਕਿੰਟ ਦੇ ਵਿੱਚ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਬੋਲ ਕੇ ਉਹਨੂੰ ਰਿਕਾਰਡ ਕਰਨਾ। ਸੋ ਇਹਦੇ ਮਾਰਕਸ ਤੁਹਾਡੇ ਲਿਸਨਿੰਗ ਅਤੇ ਸਪੀਕਿੰਗ ਸੈਕਸ਼ਨਸ ਦੇ ਵਿੱਚ ਐਡ ਹੋਣਗੇ। ਲਾਸਟ ਟਾਸਕ ਹੈ ਜੀ ਆਨਸਰ ਸ਼ਾਰਟ ਕੁਐਸਚਨ। ਸੋ ਇਹਦੇ ਵਿੱਚ ਤੁਹਾਨੂੰ ਇੱਕ ਸ਼ਾਰਟ ਕੁਐਸਚਨ ਸੁਣਾਈ ਦੇਊਗਾ ਜਿਹਦਾ ਆਨਸਰ ਤੁਸੀਂ 1 ਜਾਂ 2 ਸ਼ਬਦ ਦੇ ਵਿੱਚ ਤੁਸੀਂ ਦੇਣਾ ਹੁੰਦਾ, ਰਿਕਾਰਡ ਕਰਨਾ ਹੁੰਦਾ। ਸੋ ਇਹਦੇ ਮਾਰਕਸ ਵੀ ਤੁਹਾਡੇ ਲਿਸਨਿੰਗ ਅਤੇ ਸਪੀਕਿੰਗ ਸੈਕਸ਼ਨਸ ਦੇ ਵਿੱਚ ਐਡ ਹੋਣਗੇ। ਸੋ ਸਪੀਕਿੰਗ ਇੱਕ ਇਹੋ ਜਿਹਾ ਸੈਕਸ਼ਨ ਹੈ ਜਿਹਦੇ ਵਿੱਚ ਟੋਟਲ 5 ਟਾਸਕ ਨੇ ਅਤੇ 5 ਟਾਸਕ ਦੇ ਵਿੱਚੋਂ 4 ਟਾਸਕ ਜਿਹੜੇ ਨੇ ਉਹ ਮਾਰਕਸ ਨੂੰ ਡਿਸਟਰੀਬਿਊਟ ਕਰਦੇ ਨੇ, ਜਾਣੀ ਕਿ ਤੁਹਾਡੇ ਮਾਰਕਸ ਰੀਡਿੰਗ ਅਤੇ ਲਿਸਨਿੰਗ ਸੈਕਸ਼ਨਸ ਦੇ ਵਿੱਚ ਵੀ ਜਾਂਦੇ ਨੇ। ਸੋ ਅਗਰ ਤੁਹਾਡੀ ਸਪੀਕਿੰਗ ਬਹੁਤ ਵਧੀਆ ਹੋ ਜਾਂਦੀ ਹੈ ਤਾਂ ਬਾਕੀ ਟਾਸਕ ਦੇ ਬੈਂਡ ਵੀ ਤੁਹਾਡੇ ਬਹੁਤ ਵਧੀਆ ਆ ਜਾਂਦੇ ਨੇ। ਗੱਲ ਕਰਦੇ ਹਾਂ ਜੀ ਮਾਈਕ ਦੀ ਪੋਜੀਸ਼ਨ ਦੇ ਬਾਰੇ, ਕਿਉਂਕਿ ਬਹੁਤ ਇੰਪੋਰਟੈਂਟ ਹੈ। ਸਪੀਕਿੰਗ ਦੇ ਵਿੱਚ ਤੁਹਾਡੇ ਜਿੰਨੇ ਵੀ ਆਨਸਰ ਨੇ ਰਿਕਾਰਡ ਹੋਣੇ ਨੇ, ਕੰਪਿਊਟਰ ਤਾਂ ਹੀ ਪਿਕ ਕਰੂਗਾ ਜੇ ਉਹ ਕਲੀਅਰ ਹੋਣਗੇ, ਕੋਈ ਡਿਸਟਰਬੈਂਸ ਨਹੀਂ ਹੋਊਗੀ। ਸੋ ਸਭ ਤੋਂ ਪਹਿਲਾਂ ਮਾਈਕ ਦੀ ਪੋਜੀਸ਼ਨ ਤੁਹਾਡੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਸਾਹ ਲੈਣ ਦੀ ਜਿਹੜੀ ਨੋਇਸ ਹੈ, ਡਿਸਟਰਬੈਂਸ ਹੈ, ਉਹ ਵਿੱਚ ਰਿਕਾਰਡ ਨਾ ਹੋਵੇ। ਨੱਕ ਅਤੇ ਮੂੰਹ ਤੋਂ ਤੁਸੀਂ ਆਪਣਾ ਮਾਈਕ ਉੱਪਰ ਥੱਲੇ ਜਾਂ ਸਾਈਡ 'ਤੇ ਰੱਖ ਸਕਦੇ ਹੋ, ਜਿਵੇਂ ਤੁਹਾਨੂੰ ਕੰਫਰਟੇਬਲ ਲੱਗਦਾ। ਦੂਸਰੀ ਗੱਲ ਦਾ ਖਿਆਲ ਇਹ ਰੱਖਣਾ ਕਿ ਜਿੰਨਾ ਚਿਰ ਤੁਹਾਡਾ ਸਪੀਕਿੰਗ ਦਾ ਟਾਸਕ ਹੋ ਰਿਹਾ, ਸਪੀਕਿੰਗ ਤੁਹਾਡੀ ਚੱਲ ਰਹੀ ਹੈ, ਤੁਸੀਂ ਆਨਸਰ ਰਿਕਾਰਡ ਕਰ ਰਹੇ ਹੋ, ਸੋ ਲਾਸਟ ਟਾਸਕ ਤੱਕ ਤੁਸੀਂ ਆਪਣੇ ਮਾਈਕ ਨੂੰ ਟੱਚ ਨਹੀਂ ਕਰੋਗੇ, ਕਿਉਂਕਿ ਉਹਦੇ ਨਾਲ ਵੀ ਡਿਸਟਰਬੈਂਸ ਕ੍ਰੀਏਟ ਹੋਊਗੀ ਜਿਹੜੀ ਕਿ ਤੁਹਾਡੇ ਆਨਸਰ ਦੇ ਉੱਤੇ ਇੰਪੈਕਟ ਕਰ ਸਕਦੀ ਹੈ। ਕਿਉਂਕਿ ਕੰਪਿਊਟਰ ਨੇ ਸਕੋਰ ਤੁਹਾਨੂੰ ਤਾਂ ਹੀ ਦੇਣੇ ਆ ਜੇ ਤੁਹਾਡੀ ਰਿਕਾਰਡਿੰਗ ਕਲੀਅਰ ਹੈ ਅਤੇ ਉਹਨੂੰ ਵਰਡ ਟੂ ਵਰਡ ਉਹਨੇ ਪਿਕ ਕੀਤੀ ਹੈ। ਅਗਰ ਕੋਈ ਡਿਸਟਰਬੈਂਸ ਹੋ ਜਾਂਦੀ ਹੈ ਤਾਂ ਉਹਦੇ ਨਾਲ ਮਾਰਕਸ ਘੱਟ ਸਕਦੇ ਨੇ। ਗੱਲ ਕਰਦੇ ਹਾਂ ਜੀ ਕੁਝ ਜ਼ਰੂਰੀ ਗੱਲਾਂ ਬਾਰੇ ਜਿਹੜੀਆਂ ਹਰ ਇੱਕ ਸਟੂਡੈਂਟ ਨੂੰ ਪਤਾ ਹੋਣੀਆਂ ਚਾਹੀਦੀਆਂ ਜਦੋਂ ਉਹ ਪੀਟੀ ਟੈਸਟ ਨੂੰ ਅਟੈਂਪਟ ਕਰਨ ਜਾਂਦਾ। ਸੋ ਸਭ ਤੋਂ ਪਹਿਲਾਂ ਉੱਥੇ ਤੁਸੀਂ ਜਾ ਕੇ ਆਪਣੇ ਕੰਪਿਊਟਰ ਦੀ ਹੈਡਸੈਟ ਦੀ ਟੈਸਟਿੰਗ ਕਰਦੇ ਹੋ ਕਿ ਸਭ ਕੁਝ ਠੀਕ ਤਰ੍ਹਾਂ ਚੱਲ ਰਿਹਾ। ਤੁਸੀਂ ਆਪਣੇ ਮਾਈਕ ਦੀ ਟੈਸਟਿੰਗ ਕਰਦੇ ਹੋ, ਕਿਉਂਕਿ ਜੋ ਤੁਸੀਂ ਰਿਕਾਰਡ ਕਰਦੇ ਹੋ ਉਹ ਤੁਹਾਨੂੰ ਬਿਨਾਂ ਕੋਈ ਡਿਸਟਰਬੈਂਸ ਕਲੀਅਰ ਆਵਾਜ਼ ਦੇ ਵਿੱਚ ਸੁਣਨਾ ਚਾਹੀਦਾ। ਤੁਸੀਂ ਉਹਨੂੰ ਰਿਕਾਰਡ ਕਰਕੇ ਪਲੇ ਕਰਕੇ ਦੇਖ ਸਕਦੇ ਹੋ। ਆਪਣੇ ਹੈੱਡਫੋਨ ਦੇ ਵਿੱਚ ਆਡੀਓ ਚੈੱਕ ਕਰ ਸਕਦੇ ਹੋ, ਆਵਾਜ਼ ਨੂੰ ਤੁਸੀਂ ਐਡਜਸਟ ਕਰ ਸਕਦੇ ਹੋ। ਦੈਨ ਤੁਸੀਂ ਆਪਣੇ ਕੀਬੋਰਡ ਨੂੰ ਵੀ ਟੈਸਟ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਕਿਸੇ ਇਕਵਿਪਮੈਂਟ ਦੇ ਵਿੱਚ ਹੈਡਸੈਟ ਜਾਂ ਪੀਸੀ ਦੇ ਵਿੱਚ ਕੋਈ ਨੈਟਵਰਕ ਪ੍ਰੋਬਲਮ ਹੈ ਤਾਂ ਕਿਸੇ ਰੀਜ਼ਨ ਕਰਕੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਐਗਜ਼ਾਮੀਨਰ ਨੂੰ ਕਹਿ ਕੇ ਆਪਣਾ ਸਿਸਟਮ ਚੇਂਜ ਕਰਵਾ ਸਕਦੇ ਹੋ।
ਨੈਕਸਟ ਜਿਹੜੀ ਸਭ ਤੋਂ ਜ਼ਰੂਰੀ ਗੱਲ ਯਾਦ ਰੱਖਣ ਵਾਲੀ ਇਹ ਹੈ, ਕਿਉਂਕਿ ਤੁਸੀਂ ਸਪੀਕਿੰਗ ਟਾਸਕ ਦੇ ਵਿੱਚ ਆਪਣੀ ਆਵਾਜ਼ ਰਿਕਾਰਡ ਕਰਨੀ ਹੈ। ਸਾਡੇ ਕੋਲ 3 ਤੋਂ 4 ਟਾਸਕ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਬੋਲ ਕੇ ਆਵਾਜ਼ ਨੂੰ ਰਿਕਾਰਡ ਕਰਨਾ। ਸੋ ਇਹ ਜ਼ਰੂਰੀ ਹੈ ਕਿ ਤੁਹਾਡਾ ਮਾਈਕ ਸਹੀ ਚੱਲ ਰਿਹਾ ਹੋਵੇ। ਬਟ ਉਹਦੇ ਵਿੱਚ ਸਟੂਡੈਂਟਸ ਨੂੰ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਜੇ ਤੁਸੀਂ 3 ਸਕਿੰਟ ਤੋਂ ਵੱਧ ਚੁੱਪ ਰਹਿੰਦੇ ਹੋ, ਤੁਸੀਂ ਕੁਝ ਵੀ ਨਹੀਂ ਬੋਲਦੇ, ਤਾਂ ਤੁਹਾਡਾ ਮਾਈਕ ਆਟੋਮੈਟਿਕਲੀ ਬੰਦ ਹੋ ਜਾਊਗਾ, ਰਿਕਾਰਡ ਨਹੀਂ ਕਰੂਗਾ। ਸੋ ਅਗਰ ਤੁਸੀਂ ਕੁਝ ਬੋਲ ਰਹੇ ਹੋ, ਕੁਝ ਪੈਰਾਗ੍ਰਾਫ ਨੂੰ ਤੁਸੀਂ ਐਕਸਪਲੇਨ ਕਰ ਰਹੇ ਹੋ, ਤਾਂ ਤੁਸੀਂ ਪੌਜ਼ ਲੈਣਾ ਤਾਂ 1 ਤੋਂ 2 ਸੈਕਿੰਡ ਲਈ ਤੁਸੀਂ ਪੌਜ਼ ਲੈ ਸਕਦੇ ਹੋ, ਦੈਨ ਤੁਸੀਂ ਕੰਟੀਨਿਊ ਕਰ ਸਕਦੇ ਹੋ। ਜੇ ਤੁਹਾਡਾ ਪੌਜ਼ 3 ਸੈਕਿੰਡ ਤੋਂ ਜ਼ਿਆਦਾ ਲੰਬਾ ਹੋ ਜਾਂਦਾ ਤਾਂ ਉਹਦੇ ਨਾਲ ਮਾਈਕ ਤੁਹਾਡਾ ਬੰਦ ਹੋ ਜਾਊਗਾ, ਤੁਹਾਡਾ ਇਸ ਤੋਂ ਬਾਅਦ ਬੋਲਿਆ ਕੋਈ ਵੀ ਸ਼ਬਦ ਰਿਕਾਰਡ ਨਹੀਂ ਹੋਊਗਾ। ਜੇ ਕੰਪਿਊਟਰ ਚੇਂਜ ਕਰਨ ਤੋਂ ਬਾਅਦ ਤੁਹਾਨੂੰ ਆਪਣਾ ਟੈਸਟ ਕੰਟੀਨਿਊ ਕਰਨਾ ਪੈਂਦਾ, ਬਟ ਰਿਕਾਰਡਿੰਗ ਦੇ ਵਿੱਚ ਹਜੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਬਾਅਦ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਸੈਕਸ਼ਨ ਦੇ ਵਿੱਚ, ਤਾਂ ਤੁਸੀਂ ਟੈਸਟ ਕੰਪਲੀਟ ਕਰਨ ਤੋਂ ਬਾਅਦ ਐਗਜ਼ਾਮੀਨਰ ਦੇ ਕੋਲ ਉਹਦੀ ਕੰਪਲੇਂਟ ਰਜਿਸਟਰ ਕਰ ਸਕਦੇ ਹੋ, ਕੰਪਲੇਂਟ ਨੰਬਰ ਲੈ ਸਕਦੇ ਹੋ। PTE ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਤੁਹਾਡਾ ਇਹ ਟੈਸਟ ਕੈਂਸਲ ਕਰਕੇ ਤੁਹਾਨੂੰ ਨਵਾਂ ਟੈਸਟ ਫ੍ਰੀ ਆਫ ਕਾਸਟ ਪ੍ਰੋਵਾਈਡ ਕਰ ਦਿੰਦਾ, ਜਿਹਦੀ ਡੇਟ ਤੇ ਟਾਈਮ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਸਪੀਕਿੰਗ ਸੈਕਸ਼ਨ ਨੂੰ ਲੈ ਕੇ ਕੋਈ ਡਾਊਟ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ। ਚੈਨਲ ਦੇ ਜਾਂ ਵੀਡੀਓ ਦੇ ਰਿਗਾਰਡਿੰਗ ਕੋਈ ਇੰਪਰੂਵਮੈਂਟ ਜਾਂ ਫੀਡਬੈਕ ਹੋਵੇ ਤਾਂ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀਆਂ PT ਦੀਆਂ ਜਿੰਨੀਆਂ ਵੀ ਅਪਡੇਟਸ ਨੇ ਤੁਹਾਨੂੰ ਮਿਲ ਸਕਣ।